ਓਂਕਾਰ सतनाम करता पुरख निर्भव निर्वैर अकाल मूरत अजूनी सैभं गुर प्रसाद दंडोत बंदन अनकवार सर्व कला समरथ डोलन ते राखो प्रभु नानक दे कर हथ। ਸਾਧ ਸੰਗਤ ਜੀ, ਸਤਸੰਗ ਜਿਸ ਦਾ ਕਿ ਜ਼ਿਕਰ ਪਹਿਲਾਂ ਵੀ ਆਇਆ ਹੈ, ਪ੍ਰਭੂ ਦੇ ਮਿਲਾਪ ਦਾ ਮੁੱਖ ਦਰਵਾਜ਼ਾ ਹੈ। ਜਦ ਤੱਕ ਸਾਨੂੰ ਸਤਸੰਗ ਦੇ ਵਿੱਚ ਜਾਣ ਦਾ ਤੇ ਉਸ ਥਾਂ ਤੋਂ ਪੂਰਾ ਲਾਹਾ ਲੈਣ ਦਾ ਗਿਆਨ ਨਹੀਂ ਹੁੰਦਾ, ਉਨੀ ਦੇਰ ਤੱਕ ਸਾਡਾ ਵੇਸ਼ ਨਹੀਂ ਬਣਦਾ ਵਾਹਿਗੁਰੂ ਨੂੰ ਮਿਲਣ ਦਾ, ਆਪਣੇ ਆਤਮ ਸਰੂਪ ਨੂੰ ਸਮਝਣ ਦਾ। ਕਿਉਂਕਿ ਇਹ ਸਾਰੀ ਚੀਜ਼ ਸਤ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਤ ਸੰਗਤ ਸਤਪੁਰਸ਼ ਦੀ ਸੰਗਤ ਹੁੰਦੀ ਹੈ, ਜੋ ਸਤ ਦੇ ਨਾਲ ਵਾਹਿਗੁਰੂ ਦੇ ਨਾਲ ਇੱਕਮਿਕ ਹੋਇਆ ਕਰਦਾ। ਸੋ ਉਹਦੇ ਵਿੱਚ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਕੋਈ ਭਰਮ ਭੁਲੇਖੇ ਦਾ ਖਿਆਲ ਜਗਿਆਸੂ ਦੇ ਮਨ 'ਤੇ ਨਹੀਂ ਪੈਂਦਾ, ਕਿਉਂਕਿ ਉਹਦੇ ਅੰਦਰ ਸਤ ਦੀ ਰੋਸ਼ਨੀ ਹੈ, ਸਤ ਦਾ ਪ੍ਰਕਾਸ਼ ਹੈ, ਸਤ ਦਾ ਨਿਵਾਸ ਹੈ। ਸਤਨਾਮ ਉਸ ਦੇ ਹਿਰਦੇ 'ਚ ਵਸਦਾ ਹੈ ਅਤੇ ਪੂਰਨ ਗਿਆਨਵਾਨ ਹੈ, ਅਤੇ ਭਰਮ ਦੀ ਇਕਾਈ ਉਸ ਦੀ ਮਿਟੀ ਹੋਈ ਹੁੰਦੀ ਹੈ। ਸੋ ਗੁਰੂ ਦੀ ਸੰਗਤ, ਸਤਪੁਰਸ਼ ਦੀ ਸੰਗਤ, ਇਹ ਕੀਤੇ ਤੇ ਬਗੈਰ ਪ੍ਰਭੂ ਪ੍ਰਾਪਤੀ ਬਹੁਤ ਮੁਸ਼ਕਲ ਹੈ। ਜਿਸ ਤਰ੍ਹਾਂ ਦੇ ਨਾਲ ਦੁਨੀਆ ਦੀਆਂ ਪੜ੍ਹਾਈਆਂ ਅਸੀਂ ਲਾਇਕ ਪ੍ਰੋਫੈਸਰਾਂ, ਲਾਇਕ ਟੀਚਰਾਂ ਦੇ ਪਾਸ ਜਾ ਕੇ ਸਕੂਲਾਂ ਕਾਲਜਾਂ ਵਿੱਚ ਕਰਕੇ ਵਿਦਿਆ ਦਾ ਗੂੜ ਤੋਂ ਗੂੜ ਗਿਆਨ ਪ੍ਰਾਪਤ ਕਰਦੇ ਹਾਂ, ਇਸੇ ਤਰ੍ਹਾਂ ਅਨੁਭਵੀ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਗੂੜ ਬਾਣੀ ਹੈ, ਉਸ ਦਾ ਗਿਆਨ, ਉਸ ਦਾ ਅਨੁਭਵ ਪ੍ਰਾਪਤ ਕਰਕੇ ਸਤ ਮਾਰਗ 'ਤੇ ਚੱਲਣ ਦੀ ਸਾਨੂੰ ਜਾਚ ਆ ਜਾਂਦੀ ਹੈ। ਸੋ ਉਹਦੇ ਵਿੱਚ ਕੀਰਤਨ ਕਰਨਾ, ਕੀਰਤਨ ਸੁਣਨਾ, ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣਨੇ ਅਤੇ ਬਾਣੀ ਦੇ ਗੂੜ ਭਾਵ ਹਿਰਦੇ ਵਿੱਚ ਧਾਰਨ ਕਰਨੇ ਅਤੇ ਮਹਾਂਪੁਰਸ਼ਾਂ ਨੂੰ ਮਿਲ ਕੇ ਸੱਤ ਦੇ ਰਸਤੇ ਬਾਰੇ ਜਾਣ ਪਛਾਣ ਕਰਕੇ ਸੱਤ ਦੇ ਮਾਰਗ 'ਤੇ ਚੱਲਣਾ। ਸੋ ਇਹ ਸਾਰੀ ਚੀਜ਼ ਦਾ ਨਾਮ ਸਤ ਸੰਗਤ ਹੁੰਦਾ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਮੁਖਾਣੀ। ਜਿਸ ਥਾਂ ਦੇ ਉੱਤੇ ਸਤ ਦਾ ਵਿਚਾਰ ਨਹੀਂ ਹੁੰਦਾ, ਸਤ ਦੇ ਵਿਚਾਰ ਨੂੰ ਛੱਡ ਕੇ ਹੋਰ ਇੱਧਰਲੀਆਂ ਉੱਧਰਲੀਆਂ ਗੱਲਾਂ ਹੁੰਦੀਆਂ ਅਤੇ ਮਾਇਆ ਮੰਡਲ ਦੀਆਂ ਬਾਤਾਂ, ਬੁੱਧੀ ਮੰਡਲ ਦੀਆਂ ਬਾਤਾਂ, ਸੰਸਾਰਕ ਬਾਤਾਂ ਹੁੰਦੀਆਂ, ਉਹ ਆਦਮੀਆਂ ਦਾ ਇਕੱਠ ਤਾਂ ਹੋ ਸਕਦਾ ਹੈ, ਸਤਸੰਗ ਨਹੀਂ ਹੋਇਆ ਕਰਦਾ। ਸੋ ਇਸ ਕਰਕੇ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਸਤਸੰਗ ਕੀ ਹੁੰਦਾ ਹੈ, ਅਤੇ ਸਤਸੰਗ ਦਾ ਫਿਰ ਜੋ ਲਾਹਾ ਹੈ ਉਹ ਪੂਰਾ ਪ੍ਰਾਪਤ ਕਰਨ ਵਾਸਤੇ ਗੁਰੂ ਮਹਾਰਾਜ ਦੀ ਬਾਣੀ ਦੇ ਅੰਦਰ ਬਹੁਤ ਵਿਚਾਰ ਆਉਂਦੇ ਨੇ। ਆਦਮੀ ਦਾ ਮਨ ਕਿਵੇਂ ਪੂਰਾ ਲਾਹਾ ਲੈ ਸਕਦਾ? ਸੋ ਵਿਚਾਰ ਕੀਤੀ ਗਈ ਸੀ ਕਿ ਪਹਿਲਾਂ ਸਭ ਤੋਂ ਆਦਮੀ ਦੇ ਮਨ ਦੇ ਅੰਦਰ ਸ਼ਰਧਾ ਹੋਣੀ ਜ਼ਰੂਰੀ ਹੈ, ਜਿਸ ਨੂੰ ਸ਼ਰਧਾ, ਭਰੋਸਾ, ਯਕੀਨ, ਫੇਥ ਆਖਦੇ। ਸ਼ਰਧਾ ਦੇ ਵਿਪਰੀਤ ਤਰਕ ਹੋਇਆ ਕਰਦੀ ਹੈ। ਤਰਕ ਦਿਮਾਗ ਦਾ ਕੰਮ ਹੈ, ਸ਼ਰਧਾ ਅਤੇ ਪਿਆਰ ਜੋ ਹੈ ਉਹ ਹਿਰਦੇ ਦਾ ਕੰਮ ਹੈ। ਤਰਕ ਦੇ ਨਾਲ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚ ਸਕਦੇ, ਕਿਉਂਕਿ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਮੂਲ ਮੰਤਰ ਉਚਾਰਨ ਤੋਂ ਬਾਅਦ, ਸ਼ਲੋਕ ਤੋਂ ਬਾਅਦ ਜੋ ਪਹਿਲਾ ਹੀ ਸੂਤਰ ਕਥਨ ਕੀਤਾ ਹੈ, ਉਹ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ।
ਅਕਲ ਦੀਆਂ ਡੂੰਘਾਈਆਂ ਤੇ ਅਕਲ ਦੇ ਗੋਰਖ ਧੰਦਿਆਂ ਦੇ ਨਾਲ, ਅਕਲ ਦੀਆਂ ਦਲੀਲਾਂ ਦੇ ਨਾਲ ਅਸੀਂ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦੇ। ਉਹਦੇ ਵਿਪਰੀਤ ਹਿਰਦੇ ਦੀ ਸਰਲਤਾ ਦੇ ਨਾਲ, ਭੋਲੇ ਭਾਵ ਦੇ ਨਾਲ, ਪਿਆਰ ਤੇ ਸ਼ਰਧਾ ਦੇ ਨਾਲ ਅਸੀਂ ਉਸ ਸੱਚ ਤੱਕ ਪਹੁੰਚ ਸਕਦੇ ਹਾਂ। ਕਿਉਂਕਿ ਸੱਚ ਤੱਕ ਪਹੁੰਚਾਉਣ ਨੂੰ ਜੋ ਫਿਊਲ ਹੈ ਉਹ ਪਿਆਰ ਤੇ ਸ਼ਰਧਾ ਦਾ ਹੈ। ਜਿੱਥੇ ਸ਼ਰਧਾ ਹੋਵੇਗੀ ਉੱਥੇ ਪਿਆਰ ਹੋਏਗਾ। ਤੇ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਫਰਮਾਨ ਕਰਦੇ ਨੇ ਕਿ ਸਾਚ ਕਹੋ ਸੁਣ ਲਿਓ ਸਵੈ। ਕੋਈ ਸਿੱਖਾਂ ਵਾਸਤੇ ਨਹੀਂ ਇਹ ਬਾਤ ਕਹੀ ਗਈ, ਹਿੰਦੂਆਂ ਵਾਸਤੇ ਜਾਂ ਇਸਲਾਮ ਵਾਲਿਆਂ ਵਾਸਤੇ ਨਹੀਂ ਕਹੇ ਕਿ ਸਾਰੇ ਜਗਿਆਸੂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ, ਸਾਰਿਆਂ ਦੇ ਵਾਸਤੇ ਸਤਿਪੁਰਖਾਂ ਦਾ ਉਪਦੇਸ਼ ਸਗਲ ਜਹਾਨ ਵਾਸਤੇ ਸਾਂਝਾ ਹੁੰਦਾ ਹੈ, ਯੂਨੀਵਰਸਲ ਉਪਦੇਸ਼ ਹੁੰਦਾ ਹੈ, ਸੈਕਸ਼ਨਲ ਨਹੀਂ ਹੋਇਆ ਕਰਦਾ। ਤੇ ਆਪ ਨੇ ਸਵੈ ਅੱਖਰ ਵਰਤਿਆ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਇਸ ਥਾਂ ਤੇ ਵੀ ਜਿਨ ਅੱਖਰ ਬਖਸ਼ਿਆ, ਐਨੀਬੋਡੀ। ਇੱਥੇ ਵੀ ਕਿਸੇ ਧਰਮ ਦੇ ਨਾਲ, ਅਖੌਤੀ ਧਰਮ ਦੇ ਨਾਲ ਸੰਬੰਧ ਨਹੀਂ ਹੈ ਕਿ ਜੇ ਸਿੱਖ ਪ੍ਰੇਮ ਕਰੇਗਾ ਉਸੇ ਨੂੰ ਪ੍ਰਾਪਤ ਹੋਏਗਾ, ਜਾਂ ਜੇ ਹਿੰਦੂ ਕਰੇਗਾ, ਬੋਧੀ ਕਰੇਗਾ, ਜੈਨੀ ਕਰੇਗਾ, ਈਸਾਈ ਕਰੇਗਾ, ਇਸਲਾਮ ਵਾਲਾ ਕਰੇਗਾ ਵੀ ਉਸੇ ਨੂੰ ਪ੍ਰਾਪਤੀ ਹੋ ਨਹੀਂ। ਐਨੀਬੋਡੀ। ਕੋਈ ਵੀ ਬੰਦਾ ਪਿਆਰ ਕਰੇ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪਿਆਰ ਸ਼ਰਧਾ ਤੋਂ ਬਿਨਾਂ ਨਹੀਂ ਪੈਦਾ ਹੋਇਆ ਕਰਦਾ। ਸ਼ਰਧਾ ਬੇਸ ਹੈ, ਫੇਥ ਜਿਹੜਾ ਹੈ। ਫੇਥ ਦੇ ਨਾਲ ਵੱਡੇ ਵੱਡੇ ਕੰਮ ਹੋ ਜਾਂਦੇ ਨੇ। ਚਾਰ ਹਸਤੀਆਂ ਤੇ ਵੱਖਰੀ ਵੱਖਰੀ ਸ਼ਰਧਾ ਧਾਰਨੀ ਪੈਂਦੀ ਹੈ। ਪਹਿਲਾ ਤਾਂ ਹੈ ਵਾਹਿਗੁਰੂ ਤੇ ਪੂਰਾ ਭਰੋਸਾ, ਦੂਸਰਾ ਹੁੰਦਾ ਗੁਰੂ ਤੇ ਪੂਰਾ ਭਰੋਸਾ, ਤੀਸਰਾ ਹੁੰਦਾ ਮਹਾਂਪੁਰਸ਼ਾਂ ਤੇ, ਸੱਤ ਦੇ ਵਿਚਾਰ ਕਰਨ ਵਾਲੇ ਤੇ ਪੂਰਾ ਭਰੋਸਾ, ਚੌਥਾ ਹੁੰਦਾ ਨਾਮ ਦੀ ਮਹਿਮਾ ਤੇ ਪੂਰਾ ਭਰੋਸਾ। ਸੋ ਇਸ ਤਰ੍ਹਾਂ ਦੇ ਭਰੋਸੇ ਦੇ ਨਾਲ ਜਦੋਂ ਅਸੀਂ ਇਕੱਲੀ ਇਕੱਲੀ ਚੀਜ਼ ਦਾ ਵਿਚਾਰ ਕਰਦੇ ਹਾਂ ਤਾਂ ਮਹਾਰਾਜ ਕਹਿੰਦੇ ਨਾਮ ਦਾ ਜੋ ਭਰੋਸਾ ਹੈ, ਸ਼ਰਧਾ ਹੈ, ਉਹ ਬਹੁਤ ਜ਼ਰੂਰੀ ਹੈ। ਤੇ ਆਪ ਦਾ ਫਰਮਾਨ ਹੈ ਕਿ ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵਾ ਅਵਰ ਨਾ ਪਾਇਆ ਰਾਮ। ਤੇ ਉਹਦੇ ਮਨ ਦੇ ਅੰਦਰ ਨਾਮ ਦੀ ਕੀਮਤ ਦਾ ਇੰਨਾ ਵਿਸ਼ਵਾਸ ਹੁੰਦਾ ਹੈ ਕਿ ਜੇ ਸਾਰੀ ਧਰਤੀ ਨੂੰ ਸੋਨੇ ਦੀ ਬਣਾ ਦਿਓ ਤੇ ਕਹੋ ਵੀ ਨਾਮ ਦੇ ਨਾਲੋਂ ਇਹ ਦੀ ਕੀਮਤ ਜ਼ਿਆਦਾ ਹੈ, ਤਾਂ ਉਹ ਇਸ ਨੂੰ ਇੱਕ ਮਿੱਟੀ ਦੀ ਮੁੱਠੀ ਦੇ ਬਰਾਬਰ ਕੀਮਤ ਦੇਵੇਗਾ। ਕਿਉਂਕਿ ਨਾਮ ਦੀ ਕੀਮਤ ਅੱਜ ਤੱਕ ਸੰਸਾਰ 'ਚ ਨਹੀਂ ਕੋਈ ਹੋਇਆ ਜਿਹੜਾ ਦੱਸ ਸਕੇ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ। ਸੋ ਨਾਮ ਦੇ ਬਾਰੇ ਜ਼ਿਕਰ ਅੱਗੇ ਚੱਲ ਕੇ ਕੀਤਾ ਜਾਏਗਾ। ਦੂਸਰਾ ਹੋਇਆ ਕਰਦਾ ਸਤਿਪੁਰਸ਼ ਤੇ ਸ਼ਰਧਾ। ਸੱਤ ਦੇ ਨਾਲ ਜਿਸ ਨੇ ਜਾਣ ਪਛਾਣ ਪੈਦਾ ਕਰ ਲਈ, ਜੋ ਸੱਤ ਦੇ ਨਾਲ ਸੱਤ ਵਿੱਚ ਮਰਜ ਹੋ ਗਿਆ, ਜੋ ਹਰ ਵਕਤ ਦਿਨ ਰਾਤ ਸੱਤ ਵਿੱਚ ਰਹਿੰਦਾ ਹੈ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਵੰਤ। ਧਨ ਸੇ ਸੇਈ ਨਾਨਕਾ ਪੂਰਨ ਸੇਈ ਸੰਤ। ਸੋ ਪੂਰੇ ਹੋਇਆ ਕਰਦੇ ਨੇ। ਨਿਸ਼ਾਨੀ ਹੋਇਆ ਕਰਦੀ ਹੈ ਕਿ ਉਹਨਾਂ ਨੂੰ ਵਿਸਰਦਾ ਨਹੀਂ ਕਿਸੇ ਮੌਕੇ ਵੀ, ਕਿਉਂਕਿ ਤੱਤਵ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਉਹਨਾਂ ਦਾ ਦਰਜਾ ਕਿਹਾ ਹੈ, ਕਿੱਡਾ ਵੱਡਾ ਹੈ। ਗੁਰਬਾਣੀ ਦੇ ਮੁਤਾਬਕ ਗੁਰੂ ਮਹਾਰਾਜ ਇਹ ਕਹਿੰਦੇ ਨੇ ਕਿ ਉਹ ਮਾਮੂਲੀ ਇਨਸਾਨ ਨਹੀਂ ਹੋਇਆ ਕਰਦੇ। ਦੇਖਣ ਵਾਸਤੇ ਉਹ ਮਾਮੂਲੀ ਇਨਸਾਨ ਲੱਗਦੇ ਨੇ। ਸੋਨੇ ਦੇ ਗੱਜ ਦੇ ਨਾਲ ਤੋਲਿਆਂ ਸ਼ਾਇਦ ਉਹਨਾਂ ਦੀ ਕੀਮਤ ਕੋਈ ਵੀ ਨਾ ਪਵੇ, ਲੇਕਿਨ ਜਦੋਂ ਅਸੀਂ ਰੂਹਾਨੀ ਗੱਜ ਦੇ ਨਾਲ ਤੋਲਦੇ ਹਾਂ ਤਾਂ ਉਹਨਾਂ ਦੇ ਬਰਾਬਰ ਕੋਈ ਹੋਇਆ ਨਹੀਂ ਕਰਦਾ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਤੇ ਇੱਕ ਥਾਂ ਦੇ ਉੱਤੇ ਮਹਾਰਾਜ ਫਰਮਾਨ ਕਰਦੇ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਉਹਦੀ ਬਾਹਰਲੀ ਅਵਸਥਾ ਬਾਰੇ ਵੀ ਜ਼ਿਕਰ ਕਰਦੇ ਨੇ ਕਿ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਟੁੱਟੀ ਹੋਈ ਝੌਂਪੜੀ 'ਚ ਰਹਿੰਦਾ ਹੈ, ਕੋਈ ਮਹੱਲ ਨਹੀਂ ਉਹਦੇ ਪਾਸ, ਕੋਈ ਵੱਡੇ ਪੱਕੇ ਸੰਗੇ ਮਰਮਰ ਦੇ ਮਾਰਬਲ ਦੇ ਬਣੇ ਹੋਏ ਕਮਰੇ ਨਹੀਂ ਹਨ ਉਹਦੇ ਪਾਸ। ਇੱਕ ਝੌਂਪੜੀ ਹੈ ਸਾਦਾ,
ਤੇ ਉਹਦੇ ਵਿੱਚ ਉਹ ਰਹਿੰਦਾ। ਕੱਪੜੇ ਸਾਰੇ ਪਾਟੇ ਹੋਏ ਨੇ, ਲੰਗਾਰ ਲਟਕਦੇ ਨੇ, ਦੇਖਣ ਨੂੰ ਅੱਖਾਂ ਨਾਲ ਚੰਗੇ ਨਹੀਂ ਲੱਗਦੇ ਕੱਪੜੇ, ਤੇ ਐਂ ਲੱਗਦਾ ਹੈ ਕਿ ਬਹੁਤ ਕੋਈ ਗਰੀਬ ਹੈ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੰਨ, ਉਹਨੂੰ ਕੋਈ ਮਾਇਆਧਾਰੀ ਆਦਰ ਵੀ ਨਹੀਂ ਦਿੰਦਾ। ਜਾਤ ਵੀ ਉਹਦੀ ਉੱਚੀ ਨਹੀਂ ਹੈ, ਪਤ ਵੀ ਨਹੀਂ ਗਿਣੀ ਜਾਂਦੀ ਦੁਨੀਆ ਦੇ ਹਿਸਾਬ ਦੇ ਨਾਲ, ਕਿਉਂਕਿ ਦੁਨੀਆ ਪਤ ਮਾਇਆ ਦੇ ਗੱਜ ਦੇ ਨਾਲ ਤੋਲ ਕੇ ਬਣਾਉਂਦੀ ਹੈ। ਜੰਗਲ ਦੇ ਵਿੱਚ ਘੁੰਮਦਾ ਰਹਿੰਦਾ, ਮਿੱਤਰ ਨਾ ਈਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਉਹਦਾ ਕੋਈ ਮਿੱਤਰ ਵੀ ਨਹੀਂ ਹੈ, ਰੂਪ ਵੀ ਬਹੁਤਾ ਚੰਗਾ ਨਹੀਂ, ਕੋਈ ਸਾਕ ਵੀ ਨਹੀਂ ਹੈ। ਤੇ ਜੇ ਪਰਮੇਸ਼ਰ ਦੇ ਨਾਲ ਉਸ ਦਾ ਚਿੱਤ ਇੱਕਮਿਕ ਹੋਇਆ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕੇਵਲ ਅਰਥ ਪਲੈਨਟ 'ਤੇ ਹੀ ਉਸ ਦਾ ਰਾਜ ਨਹੀਂ ਚੱਲਦਾ, ਉਹਦਾ ਤਾਂ ਉਹਨਾਂ ਸਾਰੇ ਸੂਖਸ਼ਮ ਮੰਡਲਾਂ ਦੇ ਵਿੱਚ ਚੱਲਦਾ ਹੈ। ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ, ਉਸ ਤੋਂ ਉੱਪਰ ਪਿੱਤਰ ਲੋਕ ਹੈ, ਸਵਰਗ ਲੋਕ ਹੈ, ਇੰਦਰ ਲੋਕ ਹੈ, ਕਰਮਦੇਵ ਲੋਕ ਹੈ, ਅਜਾਨਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਬਰਮਨ ਲੋਕ ਹੈ, ਸ਼ਿਵਪੁਰੀ ਹੈ, ਤੇ ਵਿਸ਼ਨਪੁਰੀ ਨੂੰ ਜਿਸ ਨੂੰ ਵੈਕੁੰਠ ਧਾਮ ਕਹਿੰਦੇ ਨੇ। ਉਹਨਾਂ ਸਾਰਿਆਂ ਦੇ ਵਿੱਚ ਉਹਦਾ ਹੁਕਮ ਚੱਲਦਾ। ਜਾਂ ਕਾ ਕਹਿਆ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲੈ ਆਵੇ ਤਲੇ। ਉਹ ਤਾਂ ਐਡਾ ਬੜਾ ਬਾਦਸ਼ਾਹ ਹੈ ਕਿ ਜਿਸ ਦਾ ਕਿਹਾ ਹੋਇਆ ਵਾਰੇਗਾ ਖੁਦਾ ਤੱਕ ਪਹੁੰਚਦਾ ਹੈ। ਛੋਟੇ ਮੰਜ਼ਲ ਜਿਹੜੇ ਮੈਂ ਬੇਨਤੀ ਕੀਤੇ ਨੇ, ਇਹਨਾਂ ਸਫੀਰਾਂ ਦੀ ਤਾਂ ਗੱਲ ਛੱਡੋ, ਇਹਨਾਂ ਸਫੀਰਾਂ ਦੇ ਅੰਦਰ ਤਾਂ ਉਹਦਾ ਹੁਕਮ ਚੱਲਣਾ ਹੀ ਹੈ। ਲੇਕਿਨ ਸੱਚਖੰਡ ਤੱਕ ਵੀ ਉਸ ਦੇ ਕਿਹਾ ਹੋਇਆ ਮੰਨਿਆ ਜਾਂਦਾ ਹੈ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਤੇ ਉਹਨਾਂ ਦੀ ਪਦਵੀ ਕਿੱਡੀ ਬੜੀ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਪਦਵੀ ਬਹੁਤ ਉੱਚੀ ਹੈ, ਛੋਟੀ ਪਦਵੀ ਨਹੀਂ ਹੈ ਉਹਨਾਂ ਦੀ। ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨਹੀਂ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਕਹੇ ਜੇ ਨੇ ਭਾਈ। ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹੇ, ਉਹਨਾਂ ਦੇ ਵਿੱਚ ਅਗਰ ਮਗਰ ਕਰਕੇ ਭੇਦ ਨਾ ਕੱਢੋ। ਉਹ ਤਾਂ ਵਾਹਿਗੁਰੂ ਦਾ ਹੀ ਰੂਪ ਹੋਇਆ ਕਰਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖਾ ਏਕ ਸਵਿਨ ਕੋਏ। ਨਾਨਕ ਇਹ ਲੱਛਣ ਪਦ ਬ੍ਰਹਮ ਗਿਆਨੀ ਹੋਏ। ਸੋ ਉਹ ਬ੍ਰਹਮ ਗਿਆਨੀ ਦੀ ਪਦਵੀ ਦੇ ਹੁੰਦੇ ਨੇ। ਤੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਉਹਦੇ ਦਰਸ਼ਨ ਕਰਨ ਵਾਸਤੇ ਤਿੰਨ ਜੋ ਸ਼ਕਤੀਆਂ ਹਨ, ਮੁੱਖ ਸ਼ਕਤੀਆਂ, ਪ੍ਰਾਈਮ ਫੋਰਸਿਸ, ਜਿਹੜੀਆਂ ਸਾਰੇ ਸੰਸਾਰ ਦਾ ਸੰਭਾਲ ਕਰਦੀਆਂ ਨੇ, ਸ਼ਿੰਗਾਰ ਕਰਦੀਆਂ ਨੇ, ਪੈਦਾ ਕਰਦੀਆਂ ਨੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੇ ਧਰਮੀ ਇਤਿਹਾਸ ਦੇ ਮੁਤਾਬਕ ਉਹਨਾਂ ਦਾ ਨਾਮ ਵੀ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਨਾਂ ਅਸੀਂ ਰੱਖਦੇ ਹਾਂ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਇਹ ਜੜ ਸ਼ਕਤੀਆਂ ਦਾ ਨਾਮ ਹੈ, ਪਰ ਇਹ ਚੇਤਨ ਸ਼ਕਤੀਆਂ ਨੇ। ਪਹਿਲੀ ਨੂੰ ਵਿਸ਼ਨੂੰ ਕਹਿੰਦੇ ਨੇ, ਦੂਸਰੀ ਨੂੰ ਸ਼ਿਵਜੀ ਕਹਿੰਦੇ ਨੇ, ਤੀਸਰੀ ਨੂੰ ਬਰਮਾ ਕਹਿੰਦੇ। ਮਹਾਰਾਜ ਕਹਿੰਦੇ ਇਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਫਿਰਦੇ ਆ, ਸੰਤ ਨੂੰ ਖੋਜਦੇ ਫਿਰਦੇ ਆ। ਸਤਪੁਰਸ਼ ਦੇ ਦਰਸ਼ਨ ਕਰਨ ਵਾਸਤੇ ਇਹਨਾਂ ਦੇ ਮਨ ਵਿੱਚ ਵੀ ਲੋਚਾ ਹੁੰਦੀ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਕਿਉਂ ਖੋਜਦਾ ਹੈ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਜਦੋਂ ਇੰਨੀ ਸ਼ਰਧਾ ਮਹਾਂਪੁਰਖ 'ਤੇ ਹੋਵੇ, ਉਸ ਵੇਲੇ ਇਸ ਤਰ੍ਹਾਂ ਦੀ ਧਾਰਨਾ ਧਾਰ ਕੇ ਜਦੋਂ ਘਰੋਂ ਚੱਲਦਾ ਸ਼ਰਧਾ ਦੇ ਨਾਲ, ਉਸ ਵੇਲੇ ਉਹਨੂੰ ਫਲ ਕਿੰਨਾ ਪ੍ਰਾਪਤ ਹੁੰਦਾ ਹੈ। ਐਸਾ ਸਾਰੇ ਅਨੁਭਵੀ ਮਹਾਂਪੁਰਸ਼ਾਂ ਦਾ ਮਤ ਹੈ ਕਿ ਹਰ ਕਦਮ ਦਾ ਫਲ ਇੱਕ ਯੱਗ ਦੇ ਬਰਾਬਰ ਹੋਏਗਾ। ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਮਹਾਰਾਜ, ਜੋ 16 ਕਲਾ ਸੰਪੂਰਨ ਅਵਤਾਰ ਸਨ, ਆਪ ਜੀ ਨੇ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ। ਪਾਂਡਵਾਂ ਨੇ ਮਹਾਂਭਾਰਤ ਦਾ ਮਹਾਨ ਭਿਆਨਕ ਯੁੱਧ ਕੀਤਾ। 18 ਦਿਨਾਂ ਦੇ ਅੰਦਰ 45 ਲੱਖ ਯੋਧਾ ਮੈਦਾਨ ਦੇ ਅੰਦਰ ਮਾਰਿਆ ਗਿਆ। ਇੱਕ ਵੀ ਐਸਾ ਨਹੀਂ ਸੀ ਜਿਹੜਾ ਫੱਟੜ ਹੋਇਆ ਜਾਂ ਦੌੜ ਕੇ ਨੱਠ ਗਿਆ। ਕੋਈ ਨਹੀਂ ਦੌੜਿਆ ਸਿਵਾਏ ਇੱਕ ਬੰਦੇ ਦੇ, ਜਿਸ ਦਾ ਨਾਮ ਜੈਤਰਥ ਹੈ। ਬਾਕੀ ਜ਼ਖਮੀਆਂ ਦੇ ਅੰਦਰ ਭੀਸ਼ਮ ਪਿਤਾਮਾ ਬੜੀ ਦੇਰ ਤੱਕ ਜ਼ਖਮੀ ਰਹੇ।
ਤੇ ਉਹਨਾਂ ਪੰਜਾਂ ਪਾਂਡਵਾਂ ਨੇ ਜਦੋਂ ਯੁੱਧ ਜਿੱਤ ਲਿਆ, ਉਸ ਵੇਲੇ ਜਦੋਂ ਇਸ ਗੱਲ ਵੱਲ ਧਿਆਨ ਦਿੱਤਾ ਕਿ ਬਹੁਤ ਬੜਾ ਨੁਕਸਾਨ ਹੋ ਗਿਆ, ਜਾਨੀ ਨੁਕਸਾਨ ਹੋ ਗਿਆ, ਵੱਡੇ ਵੱਡੇ ਸੂਰਮੇ ਸਾਰਿਆਂ ਦਾ ਸ਼ਿੰਗਾਰ ਹੋ ਗਿਆ, ਮਾਰੇ ਗਏ, ਤੇ ਇਸੇ ਤਰ੍ਹਾਂ ਰਿਸ਼ਤੇਦਾਰ ਸਾਰੇ ਮਾਰੇ ਗਏ ਵੀ ਅਸੀਂ ਇਕੱਲੇ ਰਹਿ ਗਏ, ਹੁਣ ਰਾਜ ਕਰਨ ਦਾ ਕੀ ਫਾਇਦਾ, ਉਦਾਸ ਹੋ ਗਏ। ਉਸ ਵੇਲੇ ਕ੍ਰਿਸ਼ਨ ਮਹਾਰਾਜ ਦੇ ਪਾਸ ਬੇਨਤੀ ਕਰਕੇ ਯੱਗ ਕਰਨ ਦੀ ਇਜਾਜ਼ਤ ਲੈ ਲਈ ਕਿ ਪ੍ਰਾਸ਼ਚਿਤ ਕੀਤਾ ਜਾਵੇ ਯੱਗ ਦੇ ਨਾਲ। ਉਸ ਵੇਲੇ ਯੱਗ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੇਸਾਂ ਪ੍ਰਦੇਸਾਂ ਦੇ ਰਾਜੇ ਤੇ ਬਹੁਤ ਸ੍ਰੇਸ਼ਟ ਪੁਰਸ਼, ਵਿਦਵਾਨ ਪੁਰਸ਼ ਉੱਥੇ ਆਏ, ਆਪਣੀ ਆਪਣੀ ਡਿਊਟੀ ਸੰਭਾਲੀ। ਤੇ ਕ੍ਰਿਸ਼ਨ ਮਹਾਰਾਜ ਨੇ ਇਹ ਕਿਹਾ ਕਿ ਮੈਂ ਭਾਈ ਦੋ ਡਿਊਟੀਆਂ ਕਰਾਂਗਾ। ਇੱਕ ਤਾਂ ਮੈਂ ਜੋ ਅਤਿਥੀ ਆਉਣਗੇ ਉਹਨਾਂ ਦੇ ਚਰਨ ਧੋਵਾਂਗਾ, ਦੂਸਰੇ ਜਿੱਥੇ ਉਹ ਪ੍ਰਸ਼ਾਦਾ ਛਕਣਗੇ ਉਹਨਾਂ ਦੀਆਂ ਜੂਠੀਆਂ ਪਤਲਾਂ, ਜੂਠੇ ਬਰਤਨ ਮੈਂ ਆਪ ਚੁੱਕਾਂਗਾ, ਇਹ ਸੇਵਾ ਮੇਰੇ 'ਤੇ ਨਹੀਂ ਲੈ। ਸੋ ਬੜੀ ਸਾਵਧਾਨਤਾ ਦੇ ਨਾਲ ਇਹ ਯੱਗ ਦਾ ਕਾਰਜ ਆਰੰਭਿਆ। ਕਿੰਨੇ ਮਹੀਨੇ ਚੱਲਿਆ, ਲੱਖਾਂ ਰੁਪਏ ਇਹਦੇ ਉੱਤੇ ਖਰਚ ਆਏ, ਲੱਖਾਂ ਹੀ ਰੁਪਇਆਂ ਦੀ ਸਮੱਗਰੀ ਖਰਚ ਆਈ। ਤੇ ਜਦੋਂ ਯੱਗ ਸਮਾਪਤ ਹੋਇਆ, ਉਸ ਵੇਲੇ ਇਹ ਨਿਰਣਾ ਕਰਨ ਵਾਸਤੇ ਕਿ ਯੱਗ ਦੀ ਸਮਾਪਤੀ ਦਾ ਪਤਾ ਕਿਵੇਂ ਲੱਗੇ ਕਿ ਇਹ ਸਫਲ ਹੋ ਗਿਆ ਜਾਂ ਨਹੀਂ ਹੋਇਆ, ਤੇ ਨਿਰਵਿਘਨ ਸਮਾਪਤ ਹੋਇਆ ਜਾਂ ਇਹਦੇ ਵਿੱਚ ਕੋਈ ਵਿਘਨ ਪੈ ਗਿਆ, ਸੰਪੂਰਨ ਹੋਇਆ ਜਾਂ ਨਹੀਂ ਹੋਇਆ, ਉਸ ਦੇ ਵਾਸਤੇ ਇੱਕ ਬਾਂਸ ਵੱਡਾ ਬੰਨਿਆ ਤੇ ਉਹਦੇ ਉੱਤੇ ਇੱਕ ਸ਼ੰਖ ਲਾ ਦਿੱਤਾ। ਤੇ ਨਿਰਣਾ ਇਹ ਕਰਿਆ ਗਿਆ ਵੀ ਜੇ ਸਾਡਾ ਯੱਗ ਸੰਪੂਰਨ ਹੋ ਗਿਆ ਤਾਂ ਇਹ ਯੱਗ ਵੱਜੇਗਾ, ਸ਼ੰਖ ਵੱਜੇਗਾ। ਸਾਰੇ ਹੈਰਾਨ ਹੋਏ, ਯੱਗ ਦੀ ਸਮਾਪਤੀ ਹੋ ਗਈ ਤੇ ਉਸ ਵੇਲੇ ਇਹ ਸ਼ੰਖ ਨਾ ਵੱਜਿਆ। ਉਦਾਸ ਹੋ ਕੇ ਕ੍ਰਿਸ਼ਨ ਮਹਾਰਾਜ ਕੋਲ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ, ਪ੍ਰੇਮੀਓ, ਕੋਈ ਮਹਾਂਪੁਰਸ਼ ਰਹਿ ਗਿਆ ਜਿਹਨੂੰ ਤੁਸੀਂ ਨਿਮੰਤਰਣ ਨਹੀਂ ਦਿੱਤਾ। ਕਹਿੰਦੇ, ਮਹਾਰਾਜ ਅਸੀਂ ਤਾਂ ਸਭ ਨੂੰ ਦਿੱਤਾ, ਆਪ ਕਿਰਪਾ ਕਰਕੇ ਦੱਸੋ। ਕਹਿੰਦੇ, ਦਿੱਲੀ ਦੇ ਵਿੱਚ ਇੱਥੇ ਇੰਦਰਪ੍ਰਸਥ ਜਿਸ ਦਾ ਨਾਮ ਸੀ, ਇਸ ਸਥਾਨ ਦੇ ਵਿੱਚ ਇੱਕ ਬ੍ਰਹਮ ਗਿਆਨੀ ਮਹਾਤਮਾ ਛੁਪਿਆ ਹੋਇਆ ਹੈ ਤੇ ਉਹ ਭੰਗੀ ਹੈ ਜਾਤ ਦਾ। ਉਹ ਕਿਰਤ ਕਰਦਾ ਹੈ, ਛੱਜ ਵਗੈਰਾ ਬਣਾ ਕੇ ਵੇਚਦਾ। ਜਦ ਤੱਕ ਉਹ ਯੱਗ ਵਿੱਚ ਆ ਕੇ ਪ੍ਰਸ਼ਾਦਾ ਨਹੀਂ ਛਕਦਾ, ਉਨੀ ਦੇਰ ਤੱਕ ਯੱਗ ਸੰਪੂਰਨ ਨਹੀਂ ਹੁੰਦਾ ਤੇ ਉਹਨੂੰ ਲਿਆਓ। ਇਹ ਪੰਜੇ ਭਰਾ ਵਾਰੀ ਵਾਰੀ ਜਾਂਦੇ ਰਹੇ ਤੇ ਉਹਨੇ ਇੱਕੋ ਹੀ ਜਵਾਬ ਦਿੱਤਾ ਕਿ ਦੇਖੋ, ਮੈਨੂੰ ਤੁਹਾਡੇ ਸ਼ਾਸਤਰਾਂ ਦੇ ਮੁਤਾਬਕ ਦੋਸ਼ ਲੱਗੇਗਾ ਤੇ ਤੁਸੀਂ ਮੈਨੂੰ ਇੱਕ ਯੱਗ ਦਾ ਫਲ ਪਹਿਲਾਂ ਦਿਓ ਤਾਂ ਮੈਂ ਚੱਲਾਂ। ਯੱਗ ਦਾ ਇਹਨਾਂ ਪਾਸ ਫਲ ਕੋਈ ਨਹੀਂ ਸੀ। ਉਸ ਵੇਲੇ ਜਦੋਂ ਉਦਾਸ ਹੋਏ, ਦ੍ਰੋਪਦੀ ਜੀ ਕਹਿਣ ਲੱਗੇ ਕਿ ਆਗਿਆ ਹੋਵੇ ਤਾਂ ਮੈਂ ਜਾ ਕੇ ਮਹਾਂਪੁਰਸ਼ਾਂ ਨੂੰ ਲਿਆਵਾਂ। ਸੋ ਆਪ ਨੂੰ ਆਗਿਆ ਮਿਲੀ। ਉਸ ਵੇਲੇ ਆਪ ਨੇ ਪੂਰੀ ਵਿਧੀ ਦੇ ਨਾਲ ਅਰਦਾਸ ਕੀਤੀ, ਮਸਤਕ ਨਵਾਇਆ ਕਿ ਮਹਾਂਪੁਰਸ਼ੋ, ਜੋ ਸਤਪੁਰਸ਼ ਹੁੰਦੇ ਨੇ ਉਹ ਪਰਮੇਸ਼ਰ ਦਾ ਸਰੂਪ ਹੁੰਦੇ ਨੇ। ਪੂਰੀ ਸ਼ਰਧਾ ਦੇ ਨਾਲ ਆਪ ਉਸ ਪਾਸੇ ਨੂੰ ਤੁਰੀ। ਉੱਥੇ ਜਾ ਕੇ ਜਦ ਬੇਨਤੀ ਕੀਤੀ ਤਾਂ ਮਹਾਂਪੁਰਸ਼ਾਂ ਨੇ ਇਹੀ ਜਵਾਬ ਦਿੱਤਾ ਕਿ ਇੱਕ ਯੱਗ ਦਾ ਵੀ ਫਲ ਦੇਵੋ। ਕਹਿਣ ਲੱਗੀ, ਮਹਾਂਪੁਰਸ਼ੋ, ਇੱਕ ਯੱਗ ਕੀ, ਭਾਵੇਂ ਤੁਸੀਂ 100 ਯੱਗ ਦਾ ਫਲ ਲੈ ਲਓ। ਦੇਖੋ, ਸਤ ਸ਼ਾਸਤਰ ਦੇ ਅੰਦਰ ਇਹ ਜ਼ਿਕਰ ਆਉਂਦਾ ਹੈ ਕਿ ਜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਵੱਲ ਕੋਈ ਸ਼ਰਧਾ ਧਾਰ ਕੇ ਘਰੋਂ ਚੱਲਦਾ ਹੈ ਤਾਂ ਹਰ ਕਦਮ ਦਾ ਫਲ ਇੱਕ ਯੱਗ ਦੇ ਬਰਾਬਰ ਹੁੰਦਾ ਹੈ। ਮਹਾਰਾਜ, ਇੱਕ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਪਾ ਦਿਓ। ਸੋ ਉਸ ਵੇਲੇ ਮਹਾਂਪੁਰਸ਼ ਆਏ, ਪ੍ਰਸ਼ਾਦਾ ਛਕਿਆ ਤੇ ਸ਼ੰਖ ਵੱਜਿਆ। ਸੋ ਇਹ ਜੋ ਕਥਾ ਹੈ, ਇਹ ਮਹਾਂਪੁਰਸ਼ਾਂ ਦੇ ਪਾਸ ਸੀਨੇ ਵਸੀਨੇ ਚੱਲ ਕੇ ਆ ਕੇ ਇਸ ਗੱਲ ਦਾ ਨਿਰਣਾ ਕਰਦੀ ਹੈ ਕਿ ਸਤਸੰਗ ਵੱਲ ਜਾਣ ਦਾ ਹੀ ਜੇ ਸ਼ਰਧਾ ਧਾਰ ਕੇ ਜਾਵੇ ਤਾਂ ਇੰਨਾ ਫਲ ਹੁੰਦਾ। ਕਾਰਨ ਕੀ ਹੈ ਕਿ ਸ਼ਰਧਾ ਝੋਲੀ ਹੁੰਦੀ ਹੈ। ਜਿਹਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਸਾਹਮਣਾ, ਜੇ ਝੋਲੀਓ ਨਾ ਹੋਵੇ ਤਾਂ ਵਚਨ ਕਿੱਥੇ ਸਾਂਭੇ ਜਾਣਗੇ। ਸੋ ਇਸ ਤਰ੍ਹਾਂ ਦੇ ਨਾਲ ਸਤਪੁਰਸ਼ ਦੇ ਉੱਤੇ ਪੂਰੀ ਸ਼ਰਧਾ ਹੋਣੀ ਚਾਹੀਦੀ ਹੈ। ਉਸ ਦੇ ਅੱਗੇ ਗੁਰੂ ਦੀ ਸ਼ਰਧਾ ਹੁੰਦੀ, ਗੁਰੂ ਤੇ ਭਰੋਸਾ ਹੁੰਦਾ ਹੈ। ਗੁਰੂ ਦਾ ਭਰੋਸਾ ਕਿੰਨਾ ਹੁੰਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੱਕ ਵਾਰੀ ਭਾਈ ਵਾਲਾ ਜੀ ਨੂੰ ਕਿਹਾ ਕਿ ਭਾਈ ਵਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ 9 ਅਖੰਡਾਂ 7 ਦੀਪਾਂ ਜਿੱਥੇ ਤੱਕ ਧਰਤੀ ਸੀ ਸਾਰੇ ਜਾ ਕੇ ਸੰਸਾਰ ਦਾ ਉਧਾਰ ਕਰਦੇ ਰਹੇ ਹੋ।
ਤੁਸੀਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ। ਬੜੀ ਸ਼ਰਧਾ ਦੇ ਨਾਲ ਆਪਨੇ ਸੀਸ ਨਵਾਇਆ ਤੇ ਬੋਲੇ, ਕਹਿੰਦੇ ਮਹਾਰਾਜ ਉਹ ਤਾਂ ਪੂਰਨ ਸੰਤ ਸਨ। ਮਹਾਰਾਜ ਕਹਿਣ ਲੱਗੇ, ਅੱਛਾ ਭਾਈ ਤੁਸੀਂ ਸੰਤ ਹੋਏ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਵੀ ਛੋਟੀ ਉਮਰ ਦੇ ਅੰਦਰ ਆ ਗਏ ਸੀ, ਤੁਸੀਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ। ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿਣ ਲੱਗੇ ਅੱਛਾ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋਏ। ਹੋਰਾਂ ਨੂੰ ਭਾਈ ਮਨਸੁਖ ਨੂੰ ਪੁੱਛਿਆ, ਭਾਈ ਭਗੀਰਥ ਨੂੰ ਪੁੱਛਿਆ, ਸਾਰਿਆਂ ਨੂੰ ਪੁੱਛਿਆ, ਕਿਸੇ ਨੇ ਕਿਵੇਂ ਜਵਾਬ ਦਿੱਤਾ। ਕਿਸੇ ਨੇ ਕਿਹਾ ਜੀ ਉਹ ਤਾਂ ਰੱਬ ਵਰਗੇ ਸੀ। ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਪੁੱਛਿਆ ਸਾਰੀ ਸੰਗਤ ਨੇ ਕਿ ਪਾਤਸ਼ਾਹ ਤੁਸੀਂ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ। ਕਹਿਣ ਲੱਗੇ ਭਾਈ ਗੁਰੂ ਨਾਨਕ ਪਾਤਸ਼ਾਹ। ਇੰਨਾ ਕਹਿ ਕੇ ਆਪ ਖਾਮੋਸ਼ ਹੋ, ਚੁੱਪ ਕਰ ਗਏ। ਤੇ ਥੋੜ੍ਹੀ ਦੇਰ ਤੇ ਬਾਅਦ ਸੰਗਤ ਕੀ ਦੇਖਦੀ ਹੈ ਕਿ ਦੋਹਾਂ ਕੋਇਆਂ ਦੇ ਵਿੱਚੋਂ, ਅੱਖਾਂ ਦੇ ਕੋਇਆਂ 'ਚੋਂ ਇੱਕ ਹੰਝੂ ਉੱਧਰ ਇੱਕ ਉੱਧਰ ਹੇਠਾਂ ਨੂੰ ਤੁਰਿਆ। ਆਪਨੇ ਨੇਤਰ ਖੋਲ੍ਹੇ, ਕਹਿਣ ਲੱਗੇ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ। ਉਹ ਤਾਂ ਕਰੋੜਾਂ ਬ੍ਰਹਮੰਡਾਂ ਦਾ ਠਾਕਰ ਵਾਹਿਗੁਰੂ ਪਰਮੇਸ਼ਰ ਆਪ ਗੁਰੂ ਨਾਨਕ ਦਾ ਸਰੀਰ ਧਾਰ ਕੇ ਉਹਦੇ ਵਿੱਚ ਪ੍ਰਵੇਸ਼ ਕਰਕੇ ਸਰੀਰ ਦੇ ਅੰਦਰ ਆਪ ਗੁਰੂ ਰੂਪ ਹੋ ਕੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਏ ਸੀ। ਇੰਨੀ ਗੱਲ ਕਹਿਣ ਦੀ ਦੇਰ ਸੀ। ਸਾਰਿਆਂ ਨੇ ਸੀਸ ਨਵਾਤਾ। ਪਾਤਸ਼ਾਹ ਆਪ ਨੇ ਸਤ ਕਰਕੇ ਜਾਣਿਆ। ਤੇ ਗੁਰੂ ਦਾ ਵਾਕ ਵੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਨ ਆਉਂਦਾ ਹੈ ਕਿ ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਬਸ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੋਬਿੰਦ ਦੇ ਯਾਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਜਿਹੜਾ ਗੁਰੂ ਨਾਨਕ ਨੂੰ ਹੋਰ ਜਾਣਦਾ ਹੈ, ਵਾਹਿਗੁਰੂ ਨੂੰ ਹੋਰ ਜਾਣਦਾ ਹੈ, ਉਹ ਫਰਕ ਰੱਖਦਾ ਹੈ। ਕਿਉਂਕਿ ਗੁਰੂ ਨਾਨਕ ਤੇ ਵਾਹਿਗੁਰੂ ਦੇ ਅੰਦਰ ਕੋਈ ਫਰਕ ਨਹੀਂ। ਗੁਰੂ ਨਾਨਕ ਵਾਹਿਗੁਰੂ ਦਾ ਸਾਕਾਰ ਸਰੂਪ ਹੈ, ਨਿਰਾਕਾਰ ਸਰੂਪ ਗੁਰੂ ਨਾਨਕ ਦਾ ਵਾਹਿਗੁਰੂ ਕਹਾਉਂਦਾ ਹੈ, ਨਿਰਗੁਣ ਬ੍ਰਹਮ ਕਹਾਉਂਦਾ। ਸੋ ਗੁਰੂ ਨਾਨਕ ਦਾ ਸਰੂਪ ਸਰੀਰ ਨਹੀਂ ਸੀ। ਗੁਰੂ ਨਾਨਕ ਸ਼ਬਦ ਸਰੂਪ ਸੀ। ਸਤਿਗੁਰ ਵਚਨ, ਵਚਨ ਹੈ ਸਤਿਗੁਰ। ਸਤਿਗੁਰੂ ਗੁਰੂ ਸ਼ਬਦ ਹੁੰਦਾ ਹੈ। ਸੋ ਜਦੋਂ ਗੁਰੂ ਨਾਨਕ ਨੂੰ ਵੀ ਪੁੱਛਿਆ ਤੁਸੀਂ ਕਿਹਦੇ ਲੜ ਲਾ ਕੇ ਜਾਓਗੇ, ਤੁਹਾਡੀਆਂ ਗੱਲਾਂ ਬੜੀਆਂ ਅਜੀਬ ਨੇ। ਗੋਰਖਨਾਥ ਨੇ ਕਿਹਾ ਵੀ ਗੁਰੂ ਕੌਣ ਹੈ ਜਿਹਦੇ ਲੜ ਤੁਸੀਂ ਆਪਣੇ ਸਿੱਖਾਂ ਨੂੰ ਲਾ ਰਹੇ ਹੋ। ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਗੁਰੂ ਹੈ ਭਾਈ, ਸਰੀਰ ਗੁਰੂ ਨਹੀਂ। ਸਰੀਰ ਅੱਜ ਹੈਗਾ, ਕੱਲ੍ਹ ਨੂੰ ਹੈ ਨਹੀਂ। ਸ਼ਬਦ ਇਹ ਬ੍ਰਹਮ ਹੈ, ਸ਼ਬਦ ਇਹ ਓਂਕਾਰ ਹੈ। ਓਂਕਾਰ ਇਹ ਸੰਸਾਰ ਦਾ ਗੁਰੂ ਹੈ। ਓਂਕਾਰ ਸਰੂਪ ਗੁਰੂ ਨਾਨਕ ਸੀ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸੋ ਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਅੰਦਰ ਫਰਕ ਨਹੀਂ ਹੁੰਦਾ। ਸੋ ਇਹ ਗੁਰੂ ਦੀ ਸ਼ਰਧਾ ਹੁੰਦੀ ਹੈ। ਤੀਸਰੀ ਪਰਮੇਸ਼ਰ ਦੀ ਸ਼ਰਧਾ, ਵਾਹਿਗੁਰੂ ਦੀ ਸ਼ਰਧਾ ਹੁੰਦੀ। ਸੋ ਇਸ ਦਾ ਜ਼ਿਕਰ ਸਮੇਂ ਸਿਰ ਕੀਤਾ ਜਾਏਗਾ। ਸੋ ਬੇਨਤੀ ਇਹ ਹੈ ਕਿ ਜਦ ਤੱਕ ਆਦਮੀ ਦੇ ਮਨ ਦੇ ਅੰਦਰ ਸ਼ਰਧਾ ਨਹੀਂ ਪੈਦਾ ਹੁੰਦੀ, ਉਨੀ ਦੇਰ ਤੱਕ ਕੁਛ ਲੈ ਨਹੀਂ ਸਕਦਾ, ਉਨੀ ਦੇਰ ਤੱਕ ਪ੍ਰਾਪਤੀ ਨਹੀਂ ਹੋਇਆ ਕਰਦੀ। ਕਿਉਂਕਿ ਮਨ ਦੇ ਅੰਦਰ ਸ਼ਰਧਾ ਦੀ ਝੋਲੀ ਨਹੀਂ ਹੈ। ਹਿਰਦਾ ਨਾਲ ਲੈ ਕੇ ਨਹੀਂ ਗਿਆ, ਤਰਕ ਨਾਲ ਲੈ ਕੇ ਗਿਆ। ਹਿਰਦੇ ਦੇ ਅੰਦਰ ਪਿਆਰ ਤੇ ਸ਼ਰਧਾ ਦੋਏ ਵਸਦੇ ਆ। ਜਿੱਥੇ ਸ਼ਰਧਾ ਉੱਥੇ ਪਿਆਰ। ਸੋ ਇਸ ਕਰਕੇ ਸੰਗਤ ਵਿੱਚ ਸ਼ਰਧਾ ਧਾਰ ਕੇ ਜਾਣਾ ਚਾਹੀਦਾ, ਜਿਸ ਨੂੰ ਵਿਸ਼ਵਾਸ ਵੀ ਆਖਿਆ ਜਾਂਦਾ। ਜਦੋਂ ਸਤਿਪੁਰਸ਼ ਦੇ ਬਚਨਾਂ ਤੇ ਵਿਸ਼ਵਾਸ ਕਰੇਗਾ, ਉਸ ਵੇਲੇ ਬਹੁਤ ਵੱਡਾ ਫਲ ਉਸ ਨੂੰ ਪ੍ਰਾਪਤ ਹੋਏਗਾ। ਵਾਹਿਗੁਰੂ ਪ੍ਰਾਪਤ ਹੋ ਜਾਏਗਾ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤੱਤਵ ਦਾ ਗਿਆਨ ਉਹਦੇ ਮਨ ਵਿੱਚ ਪ੍ਰਗਟ ਹੋ ਜਾਏਗਾ। ਪਰਿਪੂਰਨ ਵਾਹਿਗੁਰੂ ਦਾ ਗਿਆਨ, ਪਰਿਪੂਰਨ ਜੋਤੀ ਦਾ ਗਿਆਨ, ਜੋ ਜ਼ਿਮੀ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤਾ। ਸੋ ਵਿਸ਼ਵਾਸ ਦੀ ਬਾਤ ਹੈ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਹਦੇ ਹਿਰਦੇ ਦੇ ਅੰਦਰ ਗੁਰੂ ਦੀ ਪ੍ਰਤੀਤ ਹੈ, ਉਹਨੂੰ ਪਰਮੇਸ਼ਰ ਚਿੱਤ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਪ੍ਰਤੀਤ ਜ਼ਰੂਰੀ ਹੁੰਦੀ ਹੈ। ਜਦ ਤੱਕ ਭਰੋਸਾ ਨਹੀਂ ਆਉਂਦਾ, ਉਨੀ ਚਿਰ ਨਹੀਂ ਹੁੰਦਾ। ਸਤਿਪੁਰਸ਼ 'ਤੇ ਭਰੋਸਾ ਆਵੇ, ਫਿਰ ਤਿੰਨਾਂ ਬਾਕੀ ਚੀਜ਼ਾਂ 'ਤੇ ਭਰੋਸਾ ਆਇਆ ਕਰਦਾ। ਉਹਦੀ ਸੰਗਤ ਜਦ ਕਰਦਿਆਂ ਮਿਲ ਸੰਗਤ ਸ਼ਰਧਾ ਉਪਜੈ, ਗੁਰ ਸ਼ਬਦੀ ਹਰ ਰਸ ਚਾਪ।
ਸੰਗਤ ਵਿੱਚ ਮਿਲ ਕੇ ਫਿਰ ਗੁਰੂ ਦੀ ਸ਼ਰਧਾ, ਵਾਹਿਗੁਰੂ ਦੀ ਸ਼ਰਧਾ, ਨਾਮ ਦੀ ਸ਼ਰਧਾ ਹਿਰਦੇ 'ਚ ਪ੍ਰਗਟ ਹੋਈ ਕਰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਪ੍ਰਤੀਤ ਹੀ ਆਈ ਜਿਨ ਜਨ ਕੈ। ਜਦੋਂ ਪ੍ਰਤੀਤ ਹਿਰਦੇ 'ਚ ਆ ਗਈ, ਭਰੋਸਾ ਹਿਰਦੇ 'ਚ ਆ ਗਿਆ, ਫੇਥ ਹਿਰਦੇ 'ਚ ਆ ਗਿਆ, ਉਸ ਵੇਲੇ ਕੀ ਹੁੰਦਾ ਹੈ, ਤਿੰਨ ਕੋ ਪਦਵੀ ਊਚ ਪਈ। ਫਿਰ ਉਹਨਾਂ ਦੀ ਪਦਵੀ ਆਮ ਇਨਸਾਨਾਂ ਵਾਲੀ ਨਹੀਂ ਰਹਿੰਦੀ, ਬਹੁਤ ਉੱਚੀ ਪਦਵੀ ਹੋ ਜਾਇਆ ਕਰਦੀ ਹੈ। ਉਹ ਫਿਰ ਉਹਨਾਂ ਦੇ ਜੀਵਨ ਵਿੱਚ ਫਰਕ ਹੋ ਜਾਇਆ ਕਰਦਾ ਹੈ, ਸੰਸਾਰੀ ਜੀਵਨ ਨਹੀਂ ਰਹਿੰਦਾ। ਉਹ ਉਹਨਾਂ ਚੀਜ਼ਾਂ ਨੂੰ ਛੱਡ ਦਿੰਦੇ ਨੇ ਜਿਹੜੀਆਂ ਚੀਜ਼ਾਂ ਭੁਲਾਉਣ ਵਾਲੀਆਂ ਨੇ, ਉਹਨਾਂ ਤੋਂ ਆਪਣਾ ਮਨ ਖਿੱਚ ਲੈਂਦੇ ਨੇ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਏ। ਇਹ ਪੰਜੇ ਜਿਹੜੇ ਵੱਡੇ ਦੋਸ਼ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਇਗਨੋਰੈਂਸ, ਜਿਸ ਨੂੰ ਮਾਇਆ ਆਖਦੇ ਨੇ, ਭੁੱਲ ਆਖਦੇ ਨੇ, ਹਉਮੈ ਆਖਦੇ ਨੇ, ਇਹ ਸਾਰੀਆਂ ਚੀਜ਼ਾਂ ਸੰਤਾਂ ਦੀ ਸੰਗਤ ਵਿੱਚ ਆ ਕੇ ਦੂਰ ਹੋ ਜਾਂਦੀਆਂ ਨੇ। ਸੋ ਉਹ ਸ਼ਰਧਾ ਕਰਕੇ ਹੁੰਦੀਆਂ ਨੇ। ਜਿਸ ਦੇ ਮਨ ਵਿੱਚ ਪ੍ਰਤੀਤ ਨਹੀਂ ਆਈ, ਸਤਿਗੁਰ ਕੀ ਪ੍ਰਤੀਤ ਨਾ ਆਈ ਹੈ। ਸ਼ਬਦ ਨਾ ਲਾਗੋ ਪਾਓ, ਨਾਮ ਦੇ ਨਾਲ ਤਾਂ ਪਿਆਰ ਨਹੀਂ ਲੱਗਿਆ, ਗੁਰੂ ਦੀ ਪ੍ਰਤੀਤ ਹਿਰਦੇ 'ਚ ਨਹੀਂ ਵਸੀ, ਕਹਿੰਦੇ ਫਿਰ ਉਹ ਸੁਖ ਪਾਲ ਲਏਗਾ, ਉਹ ਰੂਹਾਨੀ ਮੰਜ਼ਿਲ ਤੈਅ ਕਰ ਲਏਗਾ। ਕਹਿੰਦੇ ਨਹੀਂ, ਉਹ ਨਹੀਂ ਕਰ ਸਕਦਾ, ਕਿਉਂਕਿ ਉਹਦੇ ਕੋਲ ਬੇਸ ਨਹੀਂ ਹੈ। ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਚਾਹੇ ਰੋਜ਼ ਸਤਪੁਰਸ਼ਾਂ ਕੋਲ ਆ ਜਾਂਦਾ, ਮੁੜ ਜਾਂਦਾ। ਸੋ ਉਹਦੇ ਮਨ ਵਿੱਚ ਪਿਆਰ ਨਾ ਹੋਣ ਕਰਕੇ, ਸ਼ਰਧਾ ਨਾ ਹੋਣ ਕਰਕੇ ਉਸ ਨੂੰ ਸੁਖ ਨਹੀਂ ਮਿਲਦਾ। ਸੋ ਸ਼ਰਧਾ ਜ਼ਰੂਰੀ ਚੀਜ਼ ਹੈ। ਜਦੋਂ ਫੇਥ, ਭਰੋਸਾ, ਇੱਕ ਵਾਰੀ ਇੱਕ ਰਾਜਾ ਬੜਾ ਰੂਹਾਨੀ ਖਿਆਲਾਂ ਦਾ ਸੀ, ਉਸਨੇ ਆਪਣੇ ਮਹਾਂਪੁਰਸ਼ਾਂ ਦੇ ਪਾਸ ਇੱਕ ਸਵਾਲ ਕੀਤਾ। ਕਹਿਣ ਲੱਗੇ, ਮਹਾਂਪੁਰਸ਼ੋ ਇਹ ਤਾਂ ਦੱਸੋ ਵੀ ਫੇਥ ਵੱਡਾ ਹੈ, ਭਰੋਸਾ ਵੱਡਾ, ਯਕੀਨ ਵੱਡਾ ਹੈ ਕਿ ਪੀਰ ਵੱਡਾ ਹੈ? ਉਹ ਕਹਿਣ ਲੱਗੇ ਦੋਏ ਵੱਡੇ ਚਾਹੀਦੇ, ਭਰੋਸਾ ਵੀ ਪੂਰਾ ਚਾਹੀਦਾ ਤੇ ਪੀਰ ਵੀ ਪੂਰਾ ਚਾਹੀਦਾ। ਕਹਿਣ ਲੱਗੇ ਨਹੀਂ ਮੈਂ ਪੁੱਛਦਾ, ਮੈਂ ਪੁੱਛਦਾ ਵੀ ਸ਼ਰਧਾ ਵੱਡੀ ਚੀਜ਼ ਹੈ ਤੇ ਜਾਂ ਪੀਰ ਵੱਡੀ ਚੀਜ਼ ਹੈ? ਉਹ ਕਹਿਣ ਲੱਗੇ ਵੀ ਸ਼ਰਧਾ ਵੱਡੀ ਚੀਜ਼ ਹੈ, ਤੇ ਜੇ ਇਸ ਦਾ ਤੁਸੀਂ ਨਿਰਣਾ ਚਾਹੁੰਦੇ ਹੋ ਤਾਂ ਮੈਨੂੰ ਸਮਾਂ ਦਿਓ। ਬਾਕੀ ਜੇ ਤੁਹਾਡਾ ਮਨ ਮੰਨ ਸਕੇ ਤਾਂ ਅਸੀਂ ਤੁਹਾਨੂੰ ਇੱਕ ਕਥਾ ਸੁਣਾਉਂਦੇ ਹਾਂ ਕਿ ਇੱਕ ਵਾਰੀ ਇੱਕ ਕੋਈ ਪੰਡਤ ਕਥਾ ਕਰਦਾ ਸੀ। ਉਹ ਬਹੁਤ ਸੰਗਤ ਵਿੱਚ ਲੋਕ ਬੈਠੇ ਸਨ, ਸੰਗਤ ਬੈਠੀ ਸੀ, ਤਾਂ ਉੱਥੇ ਦੀ ਇੱਕ ਬੀਬੀ ਦੁੱਧ ਲੈ ਕੇ ਗੁਜ਼ਰੀ। ਉਹ ਜਦੋਂ ਉੱਥੋਂ ਗਈ ਤਾਂ ਮਨ 'ਚ ਖਿਆਲ ਆਇਆ ਕਿ ਅੱਜ ਮੈਂ ਛੇਤੀ ਛੇਤੀ ਦੁੱਧ ਵੇਚ ਕੇ ਮੈਂ ਵੀ ਸੁਣਾ, ਕਦੇ ਮੈਂ ਸੁਣਿਆ ਨਹੀਂ ਵੀ ਇਹ ਕੀ ਕਹਿੰਦੇ ਨੇ। ਤੇ ਜਦੋਂ ਆ ਕੇ ਉਸਨੇ ਸੁਣਿਆ ਤਾਂ ਇੱਕ ਪਾਸੇ ਦੂਰ ਹੋ ਕੇ ਬੈਠ ਗਈ। ਉੱਥੇ ਇਹ ਪ੍ਰਵਚਨ ਚੱਲਦਾ ਸੀ ਕਿ ਰਾਮ ਦਾ ਜੋ ਨਾਮ ਹੈ ਇਹ ਭਵਜਲ ਨੂੰ ਪਾਰ ਕਰ ਦਿੰਦਾ। ਹੁਣ ਭਵਜਲ ਨੂੰ ਮਹਾਂਪੁਰਸ਼ ਸਮਝਾਉਂਦੇ ਨੇ ਕਿ ਭਵਜਲ ਉਹ ਸਮੁੰਦਰ ਹੁੰਦਾ, ਲਹਿਰਾਂ ਮਾਰਨ ਵਾਲਾ, ਜਿਹਦੀਆਂ ਲਹਿਰਾਂ ਦਾ ਕੋਈ ਥਾਂ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਿੱਡੀ ਲਹਿਰ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾ। ਕਹਿੰਦੇ ਰਾਮ ਦਾ ਨਾਮ ਉੱਥੇ ਨਗਾ ਦਿੰਦਾ। ਸਿੱਧੀ ਸੀ ਬੀਬੀ, ਤਰਕ ਨਹੀਂ ਸੀ, ਹਿਰਦਾ ਹੀ ਹਿਰਦਾ ਉਹਦੇ ਕੋਲ ਸੀ ਤੇ ਅਕਲ ਦੀਆਂ ਭੁੱਲ ਭੁਲਾਈਆਂ ਉਹਦੇ ਪਾਸ ਨਹੀਂ ਸੀ। ਇੱਕਦਮ ਪ੍ਰਸੰਨ ਹੋ ਗਈ ਵੀ ਮੈਨੂੰ ਇੰਨੀ ਬੜੀ ਗੱਲ ਲੱਭ ਗਈ, ਅੱਜੇ ਕਥਾ ਦਾ ਭੋਗ ਪੈ ਗਿਆ। ਗੱਲ ਦੂਜੀ ਨਹੀਂ ਉਹਨੇ ਸੁਣੀ, ਇੱਕੋ ਸੁਣੀ। ਤੇ ਮਨ ਵਿੱਚ ਕੀ ਖਿਆਲ ਆਇਆ ਕਿ ਜਦ ਮੈਂ ਪਿੰਡੋਂ ਦੁੱਧ ਲੈ ਕੇ ਚੱਲਦੀ ਹਾਂ ਤਾਂ ਮੇਰੇ ਰਸਤੇ ਦੇ ਅੰਦਰ ਨਦੀ ਪੈਂਦੀ ਹੈ ਤੇ ਪੁਲ 2 ਮੀਲ ਉੱਪਰ ਵੱਲ ਜਾ ਕੇ ਹੈ। 2 ਮੀਲ ਉੱਪਰ ਜਾਂਦੇ ਹਾਂ, ਫਿਰ ਹੇਠਾਂ ਨੂੰ ਆਉਂਦੀ ਹਾਂ, ਫਿਰ ਮੈਂ ਆਉਂਦੀ ਹਾਂ। 4 ਮੀਲ ਦਾ ਫਾਸਲਾ ਮੈਨੂੰ ਪੈਂਦਾ। ਕਿਉਂ ਨਾ ਰਾਮ ਦਾ ਨਾਮ ਜਿਹੜਾ ਸਮੁੰਦਰੋਂ ਪਾਰ ਕਰ ਦਿੰਦਾ ਹੈ। ਇਹ ਤਾਂ ਨਿੱਕੀ ਜਿਹੀ ਨਦੀ ਹੈ। ਤੇ ਉੱਥੇ ਗਈ, ਜਾ ਕੇ ਰਾਮ ਰਾਮ ਕਰਕੇ ਨਦੀ ਪਾਰ ਕਰ ਗਈ। ਇਸੇ ਤਰ੍ਹਾਂ ਰੋਜ਼ ਕਰਦੀ ਰਹੀ। ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ, ਪੰਡਤ ਜੀ ਨੂੰ ਵੀ ਲਿਆਵਾਂ, ਬੇਨਤੀ ਕਰੀ ਕਿ ਮਹਾਰਾਜ ਤੁਸੀਂ ਪ੍ਰਸ਼ਾਦਾ ਛਕੋ, ਮੇਰੇ ਘਰ ਚਰਨ ਪਾਓ। ਤੇ ਪੰਡਤ ਜੀ ਨੇ ਇਸ ਗੱਲ ਨੂੰ ਮੰਨ ਲਿਆ। ਮੰਨ ਕੇ ਬੀਬੀ ਦੇ ਨਾਲ ਚੱਲਦੇ ਨੇ। ਅੱਗੇ ਜਦ ਨਦੀ 'ਤੇ ਆਏ, ਕਹਿਣ ਲੱਗੇ ਬੀਬੀ ਇੱਥੇ ਕੋਈ ਕਿਸ਼ਤੀ ਨਹੀਂ ਹੈ, ਕੋਈ ਪੁਲ ਨਹੀਂ ਹੈ, ਕਿਵੇਂ ਲੰਘਾਂਗੇ? ਕਹਿੰਦੇ ਪੰਡਤ ਜੀ ਤੁਸੀਂ ਦੱਸਿਆ ਹੀ ਸੀ ਵੀ ਰਾਮ ਦਾ ਨਾਮ ਭਵਜਲ ਪਾਰ ਕਰਾ ਦਿੰਦਾ, ਇਹ ਤਾਂ ਨਿੱਕੀ ਜਿਹੀ ਨਦੀ ਹੈ, ਆ ਜਾਓ। ਰਾਮ ਰਾਮ ਕਹਿ ਕੇ ਅੱਗੇ ਲੰਘੀ ਤਾਂ ਪਾਰ ਹੋ ਗਈ, ਪਾਣੀ ਨੇ ਰਸਤਾ ਦੇ ਦਿੱਤਾ।
ਉਸ ਤੋਂ ਬਾਅਦ ਜਦ ਪੰਡਤ ਜੀ ਕਿਨਾਰੇ ਖੜੇ ਸੋਚਦੇ ਨੇ ਵੀ ਇਹ ਤਾਂ ਮਤਲਬ ਇਹ ਨਹੀਂ ਸਮਝੀ, ਮੈਂ ਤਾਂ ਉਹ ਭਵ ਸਾਗਰ ਕਿਹਾ ਸੀ ਜਿਹੜਾ ਮਾਇਆ ਦਾ, ਮੈਂ ਸਮੁੰਦਰ ਥੋੜ੍ਹੋ ਕਿਹਾ ਵੀ ਲੰਘ ਜਾਂਦਾ। ਉਸ ਵੇਲੇ ਖੜੇ ਨੇ, ਉਹ ਕਹਿੰਦੀ ਪੰਡਤ ਜੀ ਤੁਸੀਂ ਆ ਜਾਓ, ਮੈਂ ਦੇਖੋ ਰਾਮ ਰਾਮ ਕਹਿ ਕੇ ਲੰਘੀਆਂ, ਤੁਸੀਂ ਤਾਂ ਮੈਨੂੰ ਦੱਸੀ ਹੈ ਗੱਲ। ਬੜੀ ਉਹਨਾਂ ਨੂੰ ਨਮੋਸ਼ੀ ਹੋਈ, ਮਨ ਦੇ ਅੰਦਰ ਬਹੁਤ ਜ਼ਿਆਦਾ ਖਿਆਲ ਆਇਆ ਵੀ ਇਹ ਕੀ ਕਹੂਗੀ, ਚਲੋ ਇਹ ਜੇ ਰਾਮ ਰਾਮ ਕਰਕੇ ਲੰਘਦੀ ਹੈ ਤਾਂ ਮੈਂ ਵੀ ਲੰਘ ਜਾਂਦਾ। ਜਿਸ ਵਕਤ ਉਹ ਰਾਮ ਰਾਮ ਕਰਕੇ ਲੰਘਣ ਵਾਸਤੇ ਉਹਨਾਂ ਨੇ ਨਦੀ 'ਚ ਪੈਰ ਪਾਇਆ, ਪਾਣੀ ਡੂੰਘਾ ਸੀ, ਗਲ ਗਲ ਪਾਣੀ ਆ ਗਿਆ, ਗੁੱਤੇ ਖਾਣ ਲੱਗ ਗਏ। ਉਹ ਕਹੇ ਬੀਬੀ ਵੀ ਤੂੰ ਰਾਮ ਰਾਮ ਕਹਿ। ਕਹਿਣ ਲੱਗਿਆ ਬੀਬੀ ਤੇਰੇ ਵਾਲਾ ਹੀ ਰਾਮ ਪਾਰ ਨਗਾਉਂਦਾ, ਮੇਰੇ ਵਾਲਾ ਨਹੀਂ ਨਗਾਉਂਦਾ। ਤਾਂ ਉਸ ਵੇਲੇ ਦਾ ਇੱਕ ਸ਼ਲੋਕ ਤੁਰਿਆ ਹੁੰਦਾ ਹੈ ਕਿ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਹਿਰਦੇ ਨਾ ਆਇਆ ਰਿਹਾ ਟੇਕ ਡਾਟੇ। ਨਿਸ਼ਚੇ ਤੇ ਬਗੈਰ ਕਥਾ ਕਰ ਰਿਹਾ ਸੀ, ਨਿਸ਼ਚੇ ਤੇ ਬਗੈਰ ਪ੍ਰਚਾਰ ਕਰਨ ਵਾਲਾ ਖਾਲੀ ਰਹਿ ਜਾਇਆ ਕਰਦਾ। ਕਈ ਪ੍ਰੇਮੀਆਂ ਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਜਾਂਦਾ ਹੈ ਵੀ ਇਹ ਕੋਈ ਅਥਕਥਨੀ ਦੀ ਬਾਤ ਤਾਂ ਨਹੀਂ ਹੈ, ਕਦੇ ਕੋਈ ਹੈ ਐਸੀ ਬਾਤ। ਇਤਿਹਾਸ ਦੇ ਅੰਦਰ ਬੇਅੰਤ ਬਾਤਾਂ ਨੇ, ਬਹੁਤ ਥੋੜ੍ਹੇ ਸਮੇਂ ਦੀ ਬਾਤ ਹੈ। ਕਈ ਮਹਾਂਪੁਰਸ਼ਾਂ ਦੀ ਬਾਤ ਵੀ ਐਸੀ ਹੈ, ਇੰਨਾ ਜ਼ਿਕਰ ਕਰਨ ਦਾ ਟਾਈਮ ਨਹੀਂ ਹੈ, ਲੇਕਿਨ ਮੈਂ ਵੱਡੀ ਇਤਿਹਾਸਕ ਬਾਤ ਦੀ ਬੇਨਤੀ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਆਪ ਜੀ ਨੂੰ ਚਿੱਠੀ ਆ ਗਈ ਹਰੀ ਸਿੰਘ ਨਲੂਏ ਦੀ ਕਿ ਤੁਸੀਂ ਜੇ ਛੇਤੀ ਜਮਰੌਦ ਨਾ ਪਹੁੰਚੇ ਤਾਂ ਪਠਾਨ ਇੰਨਾ ਜ਼ੋਰ ਕਰ ਜਾਣਗੇ ਕਿ ਇਹ ਆ ਕੇ ਲਾਹੌਰ ਫਤਿਹ ਕਰ ਲੈਣਗੇ। ਉਸੇ ਵੇਲੇ ਤਿਆਰੀ ਕੀਤੀ, ਦਿਨ ਰਾਤ ਕੂਚ ਕਰਕੇ ਜਦ ਅਟਕ ਦਰਿਆ ਦੇ ਕੰਢੇ ਪਹੁੰਚੇ, ਦਰਿਆ ਠਾਠਾ ਮਾਰ ਗਿਆ। ਬਾਬਾ ਵੀਰ ਸਿੰਘ ਜੀ ਜੋ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਸਨ, ਜਿਹੜੇ ਗੁਰੂ ਦਸਵੇਂ ਪਾਤਸ਼ਾਹ ਤੋਂ ਭਾਈ ਦਿਆਲ ਸਿੰਘ ਜੀ ਦੀ ਸੰਪਰਤਾ ਕਹਾਉਂਦੀ ਹੈ। ਭਾਈ ਦਿਆਲ ਸਿੰਘ ਜੀ ਜੋ 5 ਪਿਆਰਿਆਂ ਦੇ ਮੁਖੀ ਪਿਆਰੇ ਸਨ, ਉਹਨਾਂ ਤੋਂ ਬਾਬਾ ਸੋਭਾ ਸਿੰਘ ਜੀ, ਫਿਰ ਉਹਨਾਂ ਤੋਂ ਗਿਆਨ ਦਾ ਪ੍ਰਕਾਸ਼ ਹੋਇਆ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ।